ਪ੍ਰਾਈਵੇਟ ਡਾਕਟਰ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਇੱਕ ਨਿੱਜੀ ਹੋਟਲ ਵਿੱਚ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਡਾਕਟਰਾਂ ਤੇ ਲਗਾਤਾਰ ਹੋ ਰਹੇ ਹਮਲੇ ਬਹੁਤ ਚਿੰਤਾਜਨਕ ਹਨ ਕਿਉਂਕਿ ਜੇ ਮਰੀਜ਼ ਬਿਮਾਰੀ ਕਰਕੇ ਵੀ ਮਰਦਾ ਹੈ ਫਿਰ ਵੀ ਸਾਰਾ ਕਸੂਰ ਡਾਕਟਰਾਂ ਦਾ ਕੱਢ ਦਿੱਤਾ ਜਾਂਦਾ ਹੈ ਤੇ ਹਸਪਤਾਲ ਵਿੱਚ ਤੋੜ ਭੰਨ ਵੀ ਕੀਤੀ ਜਾਂਦੀ ਹੈ। ਡਾਕਟਰਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਪਿਛਲੇ ਦਿਨਾਂ ਵਿੱਚ ਇਸ ਤਰ੍ਹਾਂ ਦੇ ਕਾਫੀ ਮਾਮਲੇ ਗੁਰਦਾਸਪੁਰ ਵਿੱਚ ਦੇਖਣ ਨੂੰ ਮਿਲੇ ਹਨ ਤੇ ਉਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਐਸਐਸਪੀ ਡਾਕਟਰ ਨਾਨਕ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਤੇ ਮੰਗ ਕੀਤੀ ਗਈ ਕਿ ਜੋ ਡਾਕਟਰਾਂ ਨਾਲ ਬਦਸਲੂਕੀ ਕਰਦੇ ਹਨ ਉਹਨਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਹੋਰ ਕੋਈ ਹਸਪਤਾਲਾਂ 'ਚ ਤੋੜ ਭੰਨ ਨਾ ਕਰ ਸਕਣ। ਅੱਜ ਅਸੀਂ ਸਾਰੇ ਹੀ ਡਾਕਟਰਸ ਗੁਰਦਾਸਪੁਰ ਦੇ ਜਾਂ ਗੁਰਦਾਸਪੁਰ ਦੇ ਨਾਲ ਜਿੰਨੇ ਵੀ ਸਾਡੇ ਟਾਊਨਸ ਨੇ ਜਿੱਦਾਂ ਦੀਨਾਨਗਰ, ਧਾਰੀਵਾਲ, ਕਾਹਨੂੰਵਾਨ, ਕਲਾਨੌਰ, ਜਿਹੜੇ ਕਿ ਸਾਡੀ ਇੱਕ ਜਿਹੜੀ ਸੰਸਥਾ ਹੈ ਪ੍ਰਾਈਵੇਟ ਡਾਕਟਰ ਐਸੋਸੀਏਸ਼ਨ, ਉਹਦੇ ਬੈਨਰ ਹੇਠ 81 ਮੈਂਬਰ ਨੇ। ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਔਰ ਇਕੱਠੇ ਹੋਣ ਦਾ ਕਾਰਨ ਕੀ ਹੈ ਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪਿਛਲੇ ਕੁਝ ਟਾਈਮ ਤੋਂ ਹਸਪੀਟਲ ਦੇ ਵਿੱਚ ਜਿੰਨੇ ਵੀ ਅਸੀਂ ਮਤਲਬ ਡਾਕਟਰਸ ਹੈਗੇ ਆ ਪ੍ਰਾਈਵੇਟ ਅਦਾਰੇ ਵਿੱਚ, ਤੁਸੀਂ ਜਾਣਦੇ ਹੋ ਕਿ ਪਿਛਲੇ 1.5 ਸਾਲ ਤੋਂ ਕੋਵਿਡ ਦੀ ਜਿਹੜੀ ਮਹਾਮਾਰੀ ਸੀ ਉਹਦੇ ਵਿੱਚ ਵੀ ਜਦੋਂ ਕਿ ਮੈਕਸੀਮਮ ਜਿਹੜਾ ਪੇਸ਼ੈਂਟ ਵਰਕਲੋਡ ਸੀ ਉਹ ਪ੍ਰਾਈਵੇਟ ਹਸਪੀਟਲ ਵਾਲਿਆਂ ਨੇ ਜਿਹੜਾ ਹੈ ਉਹ ਮਰੀਜ਼ਾਂ ਨੂੰ ਵੇਖਿਆ, ਆਪਣੀਆਂ ਸੇਵਾਵਾਂ ਦਿੱਤੀਆਂ ਔਰ ਅੱਜ ਵੀ ਅਸੀਂ ਉਸੇ ਹੀ ਮਤਲਬ ਭਾਵਨਾ ਦੇ ਨਾਲ 24 ਘੰਟੇ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਹੈਲਥ ਸਰਵਿਸ ਜਿਹੜੀਆਂ ਨੇ ਉਹ ਆਪਣੇ ਲੋਕਾਂ ਨੂੰ ਦੇ ਰਹੇ ਹਾਂ। ਔਰ ਇਸ ਦੇ ਬਾਵਜੂਦ ਤੁਸੀਂ ਵੇਖਿਆ ਹੋਵੇਗਾ ਕਿ ਜਿਵੇਂ ਕੋਵਿਡ ਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਸੀ ਡਾਕਟਰ ਸੀ, ਪੈਰਾਮੈਡਿਕ ਸੀ, ਜਿਨ੍ਹਾਂ ਨੇ ਕੋਵਿਡ ਵਿੱਚ ਬਹੁਤ ਵਧੀਆ ਕੰਮ ਕੀਤਾ, ਉਸ ਦੌਰਾਨ ਉਹਨਾਂ ਦੀਆਂ ਕੀਮਤੀ ਜਾਨਾਂ ਵੀ ਗਈਆਂ, ਪਰ ਫਿਰ ਵੀ ਅਸੀਂ ਉਸੇ ਹੀ ਭਾਵਨਾ ਦੇ ਨਾਲ ਅੱਜ ਵੀ ਅਸੀਂ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਾਂ। ਪਰ ਕਈ ਵਾਰੀ ਤੁਸੀਂ ਜਾਣਦੇ ਹੀ ਹੋ ਕਿ ਜਿਵੇਂ ਕਿ ਹਸਪਤਾਲ ਦੇ ਵਿੱਚ ਕੋਈ ਮਰੀਜ਼ ਆਉਂਦਾ ਹੈ, ਕੋਈ ਵੀ ਡਾਕਟਰ ਆਪਣੇ ਵੱਲੋਂ ਮਰੀਜ਼ ਨੂੰ ਕੋਈ ਇਗਨੋਰ ਨਹੀਂ ਕਰਦਾ, ਉਹ ਆਪਣਾ ਪੂਰਾ ਉਹਨੂੰ ਇਲਾਜ ਦਿੰਦਾ ਹੈ ਔਰ ਕੋਸ਼ਿਸ਼ ਕਰਦਾ ਕਿ ਉਹਦਾ ਮਰੀਜ਼ ਠੀਕ ਠਾਕ ਹੋ ਕੇ ਆਪਣੇ ਘਰ ਵਾਪਸ ਜਾਏ। ਇਸ ਦੇ ਬਾਵਜੂਦ ਵੀ ਕਈ ਵਾਰੀ ਮਰੀਜ਼ ਦੀ ਹਾਲਤ ਜਿਹੜੀ ਹੈ ਉਹ ਜ਼ਿਆਦਾ ਖਰਾਬ ਹੁੰਦੀ ਹੈ ਔਰ ਅਸੀਂ ਉਹਨਾਂ ਮਰੀਜ਼ਾਂ ਨੂੰ ਆਪਣਾ ਫਸਟ ਏਡ ਦੇ ਕੇ ਟਰਸ਼ਰੀ ਸਰਵਿਸ ਵਾਸਤੇ ਅੱਗੇ ਰੈਫਰ ਵੀ ਕਰ ਦਿੰਦੇ ਹਾਂ। ਔਰ ਇਵੇਂ ਇਸ ਦੌਰਾਨ ਹੁੰਦਾ ਕੀ ਹੈ ਕਿ ਕਈ ਵਾਰ ਮਰੀਜ਼ਾਂ ਦੇ ਅਟੈਂਡੈਂਟ ਜਾਂ ਉਹਨਾਂ ਦੇ ਨਾਲ ਬਾਹਰੋਂ ਲੋਕ, ਉਹਨਾਂ ਦੇ ਜਿਹੜੇ ਸਮਰਥਕ ਹੁੰਦੇ ਨੇ, ਉਹ ਸਾਡੇ ਡਾਕਟਰਸ ਦੇ ਨਾਲ, ਸਾਡੇ ਪੈਰਾਮੈਡਿਕਸ ਦੇ ਨਾਲ ਗਲਤ ਵਤੀਰਾ, ਗਲਤ ਸ਼ਬਦਾਵਲੀ ਯੂਜ਼ ਕਰਦੇ ਨੇ, ਇੱਥੋਂ ਤੱਕ ਕਿ ਬਿਨਾਂ ਕਿਸੇ ਹਸਪੀਟਲ ਦੇ ਡਾਕਟਰ ਦੇ ਜਾਂ ਸਟਾਫ ਦੇ ਦੋਸ਼ ਦੇ ਬਾਵਜੂਦ ਵੀ ਉਹ ਹਸਪਤਾਲ ਦੀ ਪ੍ਰਾਪਰਟੀ ਨੂੰ ਡੈਮੇਜ ਵੀ ਕਰਦੇ ਨੇ। ਔਰ ਜਿਵੇਂ ਤੁਸੀਂ ਵੇਖਿਆ ਹੋਊਗਾ ਕਿ ਪਿਛਲੇ ਕਰੀਬ ਲਗਭਗ 1.5-2 ਮਹੀਨੇ ਵਿੱਚ ਲਗਾਤਾਰ ਜਿਹੜੀਆਂ ਇਹੋ ਜਿਹੀਆਂ ਇਨਸੀਡੈਂਸਿਸ ਆ ਉਹ ਵੱਧਦੀਆਂ ਜਾ ਰਹੀਆਂ ਨੇ। ਜਿਵੇਂ ਕਰੀਬ 1.5 ਮਹੀਨਾ ਪਹਿਲਾਂ ਕਾਹਨੂੰਵਾਨ ਬੜਵਾਲ ਹਸਪੀਟਲ ਦੇ ਵਿੱਚ, ਉਹਦੇ ਬਾਅਦ ਪਿਛਲੇ ਇਸੇ ਹੀ ਮਹੀਨੇ ਸਿਮਰਨ ਹਸਪੀਟਲ, ਉੱਥੇ ਫਿਰ ਡਾਕਟਰ ਅਰੋੜਾ ਹਸਪੀਟਲ ਦੇ ਵਿੱਚ, ਅਤੇ ਹੁਣ ਹੀ ਥੋੜ੍ਹੇ ਦਿਨ ਪਰਸੋਂ 4 ਤਰੀਕ ਨੂੰ ਡਾਕਟਰ ਕੋਹਲੀ ਹਸਪੀਟਲ ਧਾਰੀਵਾਲ ਵਿਖੇ। ਮਤਲਬ ਇਹ ਜੋ ਇਹੋ ਜਿਹੀਆਂ ਵਾਰਦਾਤ ਜਿਹੜੀਆਂ ਕਿ ਬਹੁਤ ਫਰੀਕੁਐਂਟਲੀ ਜਿਹੜੀਆਂ ਕਿ ਸਾਡੇ ਡਾਕਟਰ ਕਮਿਊਨਿਟੀ ਦੇ ਨਾਲ ਜੋ ਕਿ 24 ਘੰਟੇ ਆਪਣੀਆਂ ਸੇਵਾਵਾਂ ਦੇ ਰਹੇ ਨੇ, ਇਹ ਬੜੀ ਨਿੰਦਣਯੋਗ ਗੱਲ ਹੈ। ਔਰ ਇਹਨਾਂ ਹਾਲਾਤਾਂ ਵਿੱਚ ਜਦੋਂ ਕਿ ਡਾਕਟਰਸ ਦਾ ਉਸ ਮਰੀਜ਼ ਪ੍ਰਤੀ ਕੋਈ ਵੀ ਦੋਸ਼ ਨਹੀਂ ਹੁੰਦਾ ਔਰ ਸਾਨੂੰ ਇਹ ਦੋਸ਼ੀ ਆਪਣੇ ਆਪ ਸਾਬਤ ਕਰਕੇ ਸਾਡੇ ਨਾਲ ਮਾੜਾ ਵਤੀਰਾ ਕਰਦੇ ਨੇ ਔਰ ਸਾਡੀ ਪ੍ਰਾਪਰਟੀ ਜਿਹੜੀ ਹਸਪੀਟਲ ਪ੍ਰਾਪਰਟੀ ਜਿਹੜੀ ਲੋਕਾਂ ਦੀ ਪ੍ਰਾਪਰਟੀ ਹੈ ਉਹਨੂੰ ਡੈਮੇਜ ਵੀ ਲੋਕ ਇਹ ਕਰਦੇ ਨੇ। ਤੁਸੀਂ ਵੇਖਿਆ ਹੋਊਗਾ ਕਿ ਜਦੋਂ ਲਾਸਟ ਸਿਮਰਨ ਹਸਪੀਟਲ ਦੇ ਵਿੱਚ ਬਹੁਤ ਸਾਰੇ ਮੇਰੇ ਮੀਡੀਆ ਵੀਰ ਉੱਥੇ ਆਏ ਸਨ, ਤੁਸੀਂ ਉਹ ਪ੍ਰੈਸ ਮੀਡੀਆ 'ਚ ਤੁਸੀਂ ਉਹਨਾਂ ਦੀ ਰਿਕਾਰਡਿੰਗ ਵੀ ਕੀਤੀ ਸੀ ਔਰ ਤੁਸੀਂ ਜਾਣਦੇ ਹੋ ਕਿ ਉਸ ਐਪੀਸੋਡ ਦੇ ਵਿੱਚ ਜੋ ਮਤਲਬ ਵਤੀਰਾ ਮਰੀਜ਼ ਦੇ ਨਾਲ ਆਏ ਲੋਕਾਂ ਦਾ ਸੀ, ਜਿਹੜੇ ਉਹਦੇ ਨਾਲ ਉਹਦੇ ਰਿਸ਼ਤੇਦਾਰ ਵੀ ਨਹੀਂ ਸੀ, ਦੂਰ ਦਰਾਡੇ ਤੋਂ ਰਾਤ ਨੂੰ ਔਰ ਸ਼ਰਾਬੀ ਹਾਲਤ ਵਿੱਚ, ਨਸ਼ੇ ਦੀ ਹਾਲਤ ਵਿੱਚ ਉਹ ਉੱਥੇ ਸਾਰੇ ਇਕੱਠੇ ਹੋਏ ਸਨ ਔਰ ਉਹਨਾਂ ਲੋਕਾਂ ਨੇ ਆ ਕੇ
ਪਹਿਲਾਂ ਡਾਕਟਰ ਦੇ ਨਾਲ ਮਿਸਬਿਹੇਵ ਕੀਤਾ, ਮੈਨਹੈਂਡਲ ਕੀਤਾ, ਸਟਾਫ ਨਾਲ ਕੀਤਾ। ਜਦੋਂ ਸਾਨੂੰ ਪਤਾ ਲੱਗਾ ਅਸੀਂ ਉੱਥੇ ਪਹੁੰਚੇ ਔਰ ਉਹ ਲੋਕ ਸਾਰੇ ਦੇ ਸਾਰੇ ਸ਼ਰਾਬੀ ਹਾਲਤ ਵਿੱਚ ਸਨ। ਉਹਨਾਂ ਨੇ ਬਾਹਰ ਖੜ੍ਹੇ ਹੋ ਕੇ ਇੱਥੋਂ ਤੱਕ, ਸ਼ਾਇਦ ਮੈਂ ਠੀਕ ਕਹਿ ਰਿਹਾ, ਤੁਸੀਂ ਵੀ ਉੱਥੇ ਹੋਗੇ ਪ੍ਰੈਸ ਵਾਲੇ, ਪਰ ਉੱਥੇ ਉਹਨਾਂ ਨੇ ਆਪਣਾ ਮੌਜਰ ਬਾਹਰ ਹਵਾ ਦੇ ਵਿੱਚ ਉਛਾਲ ਕੇ ਇਹ ਗੱਲ ਕਹੀ ਕਿ ਇਹਦੇ ਵਿੱਚ 10 ਗੋਲੀਆਂ ਨੇ, 10 ਦਿਨ 10 ਚਲਾ ਕੇ ਅਸੀਂ ਜਿਹੜਾ ਹੈਗਾ ਅੱਜ ਇੱਥੋਂ ਵਾਪਸ ਜਾਵਾਂਗੇ। ਤੁਸੀਂ ਦੱਸੋ ਕਿ ਅਸੀਂ ਕੋਈ ਕ੍ਰਿਮੀਨਲ ਲੋਕ ਨਹੀਂ ਹੈਗੇ, ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਔਰ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਆਪਣੀਆਂ ਸੇਵਾਵਾਂ ਕਿਤਨਾ ਚੰਗੇ ਢੰਗ ਨਾਲ ਦੇ ਸਕਦੇ ਹਾਂ। ਸਰ ਕੋਈ ਕਾਰਵਾਈ ਨਹੀਂ ਹੋਈ ਉਹਦੇ ਉੱਪਰ? ਮੈਂ ਦੱਸਦਾ। ਇਸ ਤੋਂ ਬਾਅਦ ਹੁਣ 4 ਤਰੀਕ ਨੂੰ ਧਾਰੀਵਾਲ ਡਾਕਟਰ ਕੋਹਲੀ ਹਸਪੀਟਲ ਦੇ ਵਿੱਚ ਜਦੋਂ ਕਿ ਇੱਕ ਮਰੀਜ਼ ਸੀਰੀਅਸ ਹਾਲਤ ਵਿੱਚ ਆਉਂਦਾ ਹੈ, ਡਾਕਟਰ ਨੇ ਉਹਨੂੰ ਵੇਖ ਕੇ ਦੱਸ ਦਿੱਤੀ ਹੈ ਕਿ ਮਰੀਜ਼ ਦੀ ਹਾਲਤ ਖਤਰਨਾਕ ਹੈ। ਮੈਂ ਫਸਟ ਏਡ ਦੇ ਕੇ ਇਹਨੂੰ ਹੁਣੇ ਹੀ ਰੈਫਰ ਕਰ ਰਿਹਾ ਔਰ ਰੈਫਰ ਕੀਤਾ ਜਾਂਦਾ ਉਸੇ ਵੇਲੇ ਹੀ। ਔਰ ਕਰੀਬ ਥੋੜ੍ਹੇ ਅਰਸੇ ਬਾਅਦ 15-20-25 ਮਿੰਟ ਬਾਅਦ ਉਹ ਵਾਪਸ ਆ ਕੇ ਕਹਿੰਦੇ ਕਿ ਡਾਕਟਰ ਸਾਹਿਬ ਦੇਖੋ ਇਹ ਬੰਦਾ ਸਾਡਾ ਬੋਲ ਨਹੀਂ ਰਿਹਾ। ਡਾਕਟਰ ਦਾ ਦੋਸ਼ ਇੰਨਾ ਹੀ ਹੈ ਕਿ ਉਹਨੇ ਡਿਕਲੇਅਰ ਕਰਤਾ ਕਿ ਮਰੀਜ਼ ਦੀ ਡੈਥ ਹੋ ਚੁੱਕੀ ਹੈ ਔਰ ਉਹਨਾਂ ਵਿੱਚੋਂ ਇੱਕ ਸ਼ਰਾਬੀ ਬੰਦਾ ਬਾਹਰ ਨਿਕਲ ਕੇ ਉਸੇ ਵੇਲੇ ਹੀ ਆ ਕੇ ਅੰਦਰ ਡਾਕਟਰ ਦੇ ਨਾਲ ਮੰਦਾ ਚੰਗਾ ਬੋਲਦਾ ਔਰ ਹਸਪਤਾਲ ਦੀ ਪ੍ਰਾਪਰਟੀ, ਜਿਵੇਂ ਕਿ ਹਸਪਤਾਲ ਦੇ ਵਿੱਚ ਜਿੰਨੇ ਵੀ ਉੱਥੇ ਸਾਹਮਣੇ ਦਰਵਾਜ਼ਿਆਂ ਦੇ ਸ਼ੀਸ਼ੇ ਸੀਗਾ, ਆਪਰੇਸ਼ਨ ਥੀਏਟਰ ਤੱਕ ਦੇ ਸ਼ੀਸ਼ੇ ਜਿਹੜੇ ਉਹਨੂੰ ਭੰਨ ਦਿੱਤੇ। ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਬੰਦੇ? ਹਾਂ ਦੱਸਦਾ, ਉਹ ਬੰਦਾ ਵੀ ਸ਼ਰਾਬੀ ਹਾਲਤ ਵਿੱਚ ਸੀ। ਜਦੋਂ ਕਿ ਦੋਨੇ ਹਾਲਾਤਾਂ ਦੇ ਵਿੱਚ ਅਸੀਂ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਉਸੇ ਵੇਲੇ ਇੰਟੀਮੇਟ ਕੀਤਾ ਸੀਗਾ, ਡਾਕਟਰ ਸਿਮਰਨ ਦੇ ਕੇਸ ਵਿੱਚ ਵੀ ਔਰ ਡਾਕਟਰ ਕੋਹਲੀ ਦੇ ਕੇਸ ਵਿੱਚ ਵੀ, ਔਰ ਦੋਨਾਂ ਕੇਸਾਂ ਦੇ ਵਿੱਚ ਅੱਜ ਤੱਕ ਕੋਈ ਵੀ ਕਾਰਵਾਈ ਜਿਹੜੀ ਹੈ ਨਹੀਂ ਹੋ ਸਕੀ। ਸਰ ਇਸ ਪ੍ਰਤੀ ਕਾਨੂੰਨ ਵੀ ਬਣਾਏ ਗਏ ਆ, ਫਿਰ ਵੀ ਕਿਉਂ ਤੁਹਾਨੂੰ ਇੱਥੋਂ ਦਾ ਪ੍ਰੈਸ ਇਸੇ ਚੀਜ਼ ਇੱਕ ਕਾਨੂੰਨ ਬਣਿਆ ਹੈ ਪਰ ਕਾਨੂੰਨ ਦੀ ਪਾਲਣਾ ਨਹੀਂ ਹੋ ਰਹੀ। ਇਸੇ ਕਰਕੇ ਹੀ ਅਸੀਂ ਅੱਜ ਸਾਰੇ ਇੱਥੇ ਇਕੱਠੇ ਹੋਏ ਹਾਂ। ਪ੍ਰੋਟੈਸਟ ਕਿਉਂ ਕਰ ਰਹੇ ਹੋ ਤੁਸੀਂ ਅੱਜ? ਅਸੀਂ ਪ੍ਰੋਟੈਸਟ ਇਸ ਕਰਕੇ ਕਰ ਰਹੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਇਹ ਵਧੀਕੀ ਕੀਤੀ ਹੈ, ਜਿਵੇਂ ਕਿ ਸਿਮਰਨ ਹਸਪੀਟਲ ਦੇ ਵਿੱਚ, ਅਰੋੜਾ ਹਸਪੀਟਲ ਦੇ ਵਿੱਚ, ਬਡਵਾਲ ਹਸਪੀਟਲ ਦੇ ਵਿੱਚ, ਡਾਕਟਰ ਕੋਹਲੀ ਹਸਪੀਟਲ ਵਿੱਚ, ਉਹਨਾਂ ਦੇ ਅਗੇਂਸਟ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਕਿ ਅੱਗੇ ਤੋਂ ਕੋਈ ਵੀ ਮਾੜੇ ਅਨਸਰ ਹਸਪਤਾਲਾਂ ਦੇ ਵਿੱਚ ਆ ਕੇ ਮੰਦੀ ਸ਼ਬਦਾਵਲੀ ਔਰ ਹਸਪਤਾਲ ਦੇ ਸਟਾਫ ਦੇ ਨਾਲ, ਡਾਕਟਰ ਦੇ ਨਾਲ ਔਰ ਮਾੜਾ ਸਲੂਕ ਨਾ ਕਰਨ। ਤਾਂ ਕਿ ਸੁਣਵਾਈ ਤੁਹਾਡੀ ਨਹੀਂ ਹੁੰਦੀ ਫਿਰ ਅੱਗੇ ਕੀ ਕੀਤਾ ਜਾਵੇਗਾ? ਜੇ ਅਸੀਂ ਐਡਮਿਨਿਸਟ੍ਰੇਸ਼ਨ ਕੋਲ ਜਾਵਾਂਗੇ, ਆਪਣੇ ਗ੍ਰੀਵੈਂਸਿਸ ਲੈ ਕੇ ਜਾਵਾਂਗੇ। ਅਗਰ ਸਾਡੀ ਗੱਲ ਨਾ ਸੁਣੀ ਗਈ, ਸਾਨੂੰ ਇਨਸਾਫ ਨਾ ਮਿਲਿਆ, ਤਾਂ ਅਸੀਂ ਦੁਬਾਰਾ ਆਪਣੀ ਜਥੇਬੰਦੀ 'ਚ ਬੈਠ ਕੇ ਅਸੀਂ ਅਗਲੇ ਪ੍ਰੋਗਰਾਮ ਦਾ ਜਿਹੜਾ ਕੀ ਕਰਨਾ ਹੈਗਾ ਉਹ ਉਲੀਕਾਂਗੇ। ਹੋ ਸਕਦਾ ਉਹਦੇ ਵਿੱਚ ਸਾਨੂੰ ਆਪਣੀਆਂ OPD ਵੀ ਸੇਵਾਵਾਂ ਵੀ ਬੰਦ ਕਰਨੀਆਂ ਪੈਣ ਤੇ ਕਰਨੀਆਂ ਪੈਣਗੀਆਂ ਤਾਂ ਜ਼ਰੂਰ ਕਰਾਂਗੇ। ਸਰ ਸਿਮਰਨ ਹਸਪੀਟਲ ਵਿੱਚ ਜਦੋਂ ਇਹ ਵਾਕਿਆ ਘਟਿਆ ਸੀ ਉਦੋਂ ਡਾਕਟਰ ਤੇ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਵਿੱਚ ਸਮਝੌਤਾ ਹੋ ਗਿਆ ਸੀ। ਡਾਕਟਰ ਨੇ ਬਕਾਇਦਾ ਰਿਕਾਰਡਿੰਗ ਹੈ, ਡਾਕਟਰ ਨੇ ਮਾਫੀ ਵੀ ਮੰਗੀ। ਫਿਰ ਤੁਸੀਂ ਕਾਰਵਾਈ ਦੀ ਮੰਗ ਕਿੱਦਾਂ ਕਰਦੇ? ਡਾਕਟਰ ਨੇ ਮਾਫੀ ਨਹੀਂ ਸੀ ਮੰਗੀ ਗਈ, ਡਾਕਟਰ ਨੂੰ ਮਜਬੂਰ ਕੀਤਾ ਗਿਆ ਸੀ, ਬਾਰ ਬਾਹਰ ਜਾ ਕੇ ਥ੍ਰੈਟ ਕੀਤਾ ਜਾ ਰਿਹਾ ਸੀ। ਮੈਂ ਉੱਥੇ ਸੀ ਉਸ ਵੇਲੇ ਔਰ ਉਹਨੂੰ ਥ੍ਰੈਟ ਕੀਤਾ ਜਾ ਰਿਹਾ ਸੀ, ਸਾਰੇ ਉੱਥੇ ਸੀਗਾ। ਉਹਨੂੰ ਥ੍ਰੈਟ ਕੀਤਾ ਜਾ ਰਿਹਾ ਸੀਗਾ ਕਿ ਤੁਸੀਂ ਸਾਡੇ ਸਿਰਫ ਇਹ ਗੱਲ ਕਹੋ ਕਿ ਅਸੀਂ ਮਰੀਜ਼ ਨੂੰ ਠੀਕ ਠਾਕ ਭੇਜਤਾ ਸੀਗਾ, ਕਿ ਮਤਲਬ ਬਾਕੀ ਰਸਤੇ 'ਚ ਉਹਦੀ ਡੈਥ ਹੋ ਗਈ ਹੈ ਤੇ ਮੈਨੂੰ ਕੋਈ ਉਹਦਾ ਅਫਸੋਸ ਹੈਗਾ। ਉਹ ਇੱਕ ਮਾਫੀ ਨਹੀਂ ਸੀ ਹੈਗੀ। ਕੋਈ ਵੀ ਡਾਕਟਰ ਜਿਹਦੇ ਕੋਲ ਕੋਈ ਮਰੀਜ਼ ਆਉਂਦਾ ਹੈ ਉਹਦਾ ਇਲਾਜ ਕਰਦਾ ਹੈ, ਜੇ ਉਸ ਮਰੀਜ਼ ਦੀ ਇਲਾਜ ਦੌਰਾਨ ਜੇ ਡੈਥ ਹੋ ਜਾਂਦੀ ਹੈ ਤਾਂ ਉਹਦੇ ਡਾਕਟਰ ਨੂੰ ਹਮੇਸ਼ਾ ਅਫਸੋਸ ਹੁੰਦਾ ਹੈ, ਜਦੋਂ ਬੇਸ਼ੱਕ ਉਸ ਵੇਲੇ ਉਹਦਾ ਕੋਈ ਕਸੂਰ ਨਹੀਂ ਹੁੰਦਾ। ਇਹ ਇੱਕ ਮਤਲਬ ਸਾਡਾ ਇੱਕ ਸਮਝੌਤਾ ਤੋਂ ਬਾਅਦ ਵੀ ਤੁਸੀਂ ਮੰਗ ਕਰ ਰਹੇ ਹੋ? ਉਸ ਟਾਈਮ ਤੇ ਸਮਝੌਤਾ ਹੋ ਗਿਆ ਸੀ ਤੁਹਾਡਾ? ਕਿਸ ਚੀਜ਼ ਦਾ ਸਮਝੌਤਾ ਸੀਗਾ? There was, they have shown us the Mauser. What was the purpose of that ਉਹ ਕੋਈ Mauser? ਸਮਝੌਤਾ ਥੋੜਾ ਸੀਗਾ। ਇਹ ਉੱਥੇ 10 ਜੇ ਉਹ ਕਹਿ ਰਿਹਾ ਕਿ 12 ਗੋਲੀਆਂ ਮੈਂ ਤੁਹਾਨੂੰ ਮਾਰ ਦੇਣੀਆਂ, 10 ਅਸੀਂ ਡਾਕਟਰ ਸੀ ਔਰ ਇਸ ਦੇ ਬਾਵਜੂਦ ਸਾਡੇ ਤੇ ਡੈਮੇਜ ਇੱਕ ਰੀਸੈਂਟ ਇਨਸੀਡੈਂਸ ਇਹਨਾਂ ਨੂੰ ਸਰ ਕਰਦੀ ਨਾ ਤੁਸੀਂ ਇਹ ਮੈਂ ਕੀ ਆ ਹੁਣੇ ਥੋੜੇ ਤੁਸੀਂ ਸਾਰੇ ਜਾਣਦੇ ਹੋਗੇ ਪ੍ਰੈਸ ਵਾਲੇ, ਗੁਰਦਾਸਪੁਰ ਦੇ ਵਿੱਚ ਹੀ ਡਾਕਟਰ ਬੱਬਰ ਹਸਪੀਟਲ ਦੇ ਵਿੱਚ ਉਹਨਾਂ ਤੇ ਜਾਨਲੇਵਾ ਹਮਲਾ ਹੋਇਆ, ਮੀਡੀਆ ਵਿੱਚ ਵੀ ਆਇਆ, ਲੇਕਿਨ ਅੱਜ ਤੱਕ ਉਹ ਬੰਦਿਆਂ ਦੀ ਜਿਹੜੀ ਆ ਉਹ ਗ੍ਰਿਫਤਾਰੀ ਨਹੀਂ ਹੋ ਸਕੀ। ਤੁਸੀਂ ਇਹ ਦੱਸੋ, ਜੇ ਇਸੇ ਤਰ੍ਹਾਂ ਹੀ ਜਿਹੜੀਆਂ ਘਟਨਾਵਾਂ ਵੱਧਦੀਆਂ ਗਈਆਂ, ਸਾਡੇ ਡਾਕਟਰ ਦੇ ਨਾਲ ਜਿਹੜੇ ਮਰੀਜ਼ਾਂ ਦੇ ਅਟੈਂਡੈਂਸ ਦਾ ਜਿਹੜਾ ਜੋ ਬਿਹੇਵੀਅਰ ਇਹੋ ਜਿਹਾ ਰਿਹਾ,
ਤਾਂ ਆਪਾਂ ਆਪਣੇ ਇਲਾਕੇ ਵਿੱਚ ਚੰਗੇ ਢੰਗ ਨਾਲ ਸੇਵਾਵਾਂ ਕਿਵੇਂ ਦੇ ਸਕਦੇ ਹਾਂ। ਅਸੀਂ ਅੱਜ ਵੀ ਸਾਰੀ ਡਾਕਟਰ ਕਮਿਊਨਿਟੀ ਅਸੀਂ 24 ਘੰਟੇ ਲੋਕਾਂ ਨੂੰ ਸੇਵਾਵਾਂ ਦੇਣ ਵਾਸਤੇ ਬੈਠੇ ਹਾਂ, ਉਹ ਦੇ ਰਹੇ ਹਾਂ, ਉਹ ਦਿੰਦੇ ਰਹਾਂਗੇ। ਪ੍ਰੈਸ ਕਰ ਦੇਖੋ, ਇਹ ਜਿਹੜੀ ਅਸੀਂ ਜੋ ਡਾਕਟਰ ਕਮਿਊਨਿਟੀ ਸਾਰੀ ਇੱਥੇ ਇਕੱਠੀ ਹੋਈ ਹੈ, ਪ੍ਰਾਈਵੇਟ ਡਾਕਟਰ ਐਸੋਸੀਏਸ਼ਨ ਦੇ ਅਸੀਂ 81 ਡਾਕਟਰ ਹਾਂ। ਉਹ ਸਾਰਾ ਇਹ ਆਲਮੋਸਟ ਗੁਰਦਾਸਪੁਰ ਡਿਸਟ੍ਰਿਕਟ ਕਵਰ ਹੋ ਜਾਂਦਾ ਐਕਸੈਪਟ ਬਟਾਲਾ। ਔਰ ਇਹ ਅੱਜ ਡਾਕਟਰ ਇੰਨੇ ਬਿਜੀ ਆਪਣੇ ਕੰਮ 'ਚੋਂ ਨਿਕਲ ਕੇ ਮਰੀਜ਼ਾਂ ਨੂੰ ਵੀ ਛੱਡ ਕੇ ਇੱਥੇ ਖੜ੍ਹੇ ਨੇ, ਤਾਂ ਕੁਛ ਮਤਲਬ ਆ ਬਹੁਤ ਵੱਡੀ ਕੋਈ ਘਟਨਾ ਹੋ ਰਹੀ ਹੈ, ਜਿਹੜੀਆਂ ਸਾਡੇ ਵਧੀਕੀਆਂ ਹੋ ਰਹੀਆਂ, ਜਿਨ੍ਹਾਂ ਨੂੰ ਅਸੀਂ ਰੋਕਣਾ ਵਾ। ਔਰ ਉਹਨਾਂ ਵਧੀਕੀਆਂ 'ਚ ਜਿੱਦਾਂ ਡਾਕਟਰ ਸਾਹਿਬ ਨੇ ਪਹਿਲਾਂ ਦੱਸ ਚੁੱਕੇ ਆ ਕਿ ਵਿਦਨ 40 ਦਿਨਾਂ ਦੇ ਵਿੱਚ ਹੀ 4 ਇਸ ਤਰ੍ਹਾਂ ਦੇ ਮੇਜਰ ਇੰਸੀਡੈਂਟਸ ਹੋ ਗਏ, ਜਿਹਦੇ ਵਿੱਚ ਅਗਲੇ ਨੇ ਸ਼ਰੇਆਮ ਸਾਨੂੰ ਥ੍ਰੈਟ ਕੀਤਾ ਕਿ 10 ਬੰਦੇ ਖਲੋਤੇ, ਮੈਂ 12 ਗੋਲੀਆਂ ਲਿਆਇਆ। ਮਤਲਬ ਡਾਕਟਰਾਂ ਨੂੰ ਹੀ ਵਾਜ਼ ਵਾਂਟ ਟੂ ਕਿਲ ਦ ਡਾਕਟਰ। ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰਦੀ? ਪੜ੍ਹੀ ਲਿਖੀ ਜਮਾਤ ਸਾਡਾ ਇਹ ਜਿਹੜਾ ਜੋ ਵੀ ਹੋ ਰਿਹਾ ਇਸੇ ਕਰਕੇ ਹੋ ਰਿਹਾ, ਔਰ ਅਸੀਂ ਦੂਰ ਤੱਕ ਜਾਵਾਂਗੇ। ਇੱਦਾਂ ਨਹੀਂ ਇੱਥੇ ਬੈਠਣ ਵਾਲੇ ਨਹੀਂ, ਹੁਣ ਲੰਘ ਗਿਆ ਟਾਈਮ ਉਹ, ਠੀਕ ਹੈ। ਹੁਣ ਪਾਣੀ ਬਿਲਕੁਲ ਉੱਪਰੋਂ ਦੀ ਲੰਘ ਚੁੱਕਾ, ਉਹ ਅਸੀਂ ਹਰ ਲੈਵਲ 'ਤੇ ਮਤਲਬ ਸਟੈਂਡ ਲਵਾਂਗੇ। ਇਹ ਨਹੀਂ ਰੁਕੇਗਾ ਨਹੀਂ। ਫਿਰ ਐਸਐਸਪੀ ਗੁਰਦਾਸਪੁਰ ਤੱਕ ਮਸਲਾ ਗਿਆ ਸੀ, ਡਾਕਟਰ ਸਿਮਰਨ ਹਸਪੀਟਲ ਵਾਲਾ। ਉਹਨਾਂ ਨੇ ਆਪਣੇ ਐਸਐਚਓ ਨੂੰ ਕਿਹਾ, ਬਟ ਉਸ ਮਾਮਲੇ 'ਚ ਸਾਨੂੰ ਜਬਰਨ ਤਰੀਕੇ ਨਾਲ ਉਸ ਡਾਕਟਰ ਕੋਲ ਵਿਚਾਰੇ ਕੋਲ ਮਤਲਬ ਇੱਕ ਮਾਫੀ ਦਾ ਸ਼ਬਦ ਵੀ ਵਰਤਿਆ ਗਿਆ, ਜਦ ਕਿ ਸਾਡੇ ਪ੍ਰੈਜ਼ੀਡੈਂਟ ਸਾਹਿਬ, ਪ੍ਰਧਾਨ ਸਾਹਿਬ ਬਿਲਕੁਲ ਵੀ ਨਹੀਂ ਸੀ ਮੰਨ ਰਹੇ, ਔਰ ਇਹਨਾਂ ਨੂੰ ਕਈ ਜਣੇ ਮਤਲਬ ਥ੍ਰੈਟ ਵੀ ਕਰ ਰਹੇ ਸੀ ਕਿ ਤੁਸੀਂ ਕਿਉਂ ਨਹੀਂ ਮੰਨ ਰਹੇ। ਇਸ ਤਰ੍ਹਾਂ ਦਾ ਇੰਸੀਡੈਂਸ ਕਿਤੇ ਵੀ ਹਸਪੀਟਲ ਸਾਡੇ ਅਬਾਊਟ 40-45 ਹਸਪੀਟਲ ਨੇ ਸਾਡੇ ਟੋਟਲ, ਉਹਨਾਂ 'ਚੋਂ ਕਿਸੇ ਵੀ ਹਸਪੀਟਲ ਵਿੱਚ ਅਗਰ ਕੋਈ ਇਸ ਤਰ੍ਹਾਂ ਦਾ ਇੰਸੀਡੈਂਸ ਹੋਏਗਾ, ਸਾਰੇ ਅਸੀਂ ਜੁਆਇੰਟ ਆ ਔਰ ਸਾਰੇ ਦੇ ਸਾਰੇ ਹੀ ਉੱਥੇ ਪਹੁੰਚਣਗੇ। ਔਰ ਅੱਗੇ ਤੋਂ ਇਨ ਫਿਊਚਰ ਮਤਲਬ ਸਮਝ ਲਓ, ਸਾਡੀ ਵਾਰਨਿੰਗ ਸਮਝ ਲਓ, ਕੁਛ ਵੀ ਸਮਝ ਲਓ, ਇਹਨੂੰ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਇੱਕ ਅਪੀਲ ਜ਼ਰੂਰ ਕਰ ਰਹੇ ਹਾਂ ਪਹਿਲਾਂ, ਭਈ ਸਾਡੀ ਗੱਲ ਨੂੰ ਸਮਝੋ। ਇਹ ਮਾਮਲਾ ਜ਼ਿਆਦਾ ਗੰਭੀਰ ਹੈ, ਡਾਕਟਰ ਅੰਡਰ ਥ੍ਰੈਟ ਨਹੀਂ ਕੰਮ ਕਰ ਸਕਦੇ। ਜਿਨ੍ਹਾਂ ਨੂੰ ਤੁਸੀਂ ਰੱਬ ਕਹਿੰਦੇ ਹੁੰਦੇ ਸੀ, ਅੱਜ ਤੁਸੀਂ ਉਹਨਾਂ ਨੂੰ ਬਹੁਤ ਗਲਤ ਵਰਡ ਯੂਜ਼ ਕਰ ਰਹੇ ਹੋ। ਪਲੀਜ਼ ਸਾਡੀ ਗੱਲ ਇਹ ਸਿਰਫ ਇੰਨੀ ਹੈ ਕਿ ਸਾਨੂੰ ਸਮਝਣ ਦੀ ਕੋਸ਼ਿਸ਼ ਕਰੋ। ਡਾਕਟਰ ਬੜੀ ਮੁਸ਼ਕਿਲ ਬਣਦੇ ਆ, ਐਡਾ ਸੌਖਾ ਡਾਕਟਰ ਦਾ ਇਹ ਨਹੀਂ ਹੈ ਕਿ ਐਵੇਂ ਇੱਧਰੋਂ ਉੱਧਰੋਂ ਉੱਠ ਕੇ ਆ ਗਏ ਨੇ। ਇਹਨਾਂ ਨੇ 30 25 ਸਾਲ ਆਪਣੀ ਲਾਈਫ ਗੁਜ਼ਾਰ ਕੇ ਉਸ ਤੋਂ ਬਾਅਦ ਡਾਕਟਰੀ ਆਪਣੀ ਜਿਹੜੀ ਹੈ ਕੀਤੀ ਹੋਈ ਹੈ। ਦੇ ਮੈਂਬਰ ਦੇ ਸਾਰੇ ਆਈਐਮਏ ਦੇ ਮੈਂਬਰਸ ਵੀ ਨੇ ਮੋਰਲੈਸ। ਜੋ ਡਾਕਟਰ ਬਾਜਵਾ ਨੇ ਕਿਹਾ ਜਾਂ ਡਾਕਟਰ ਕਲੇਰ ਨੇ ਕਿਹਾ ਬਿਲਕੁਲ ਠੀਕ ਹੈ ਕਿ ਜਿਹੜਾ ਇੱਕ ਐਕਟ ਬਣਿਆ ਸੀ ਉਹਦਾ ਨਾਮ ਹੈਗਾ ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕੇਅਰ ਸਰਵਿਸਿਜ਼ ਪਰਸਨਸ ਐਂਡ ਮੈਡੀਕੇਅਰ ਸਰਵਿਸਿਜ਼ ਇੰਸਟੀਟਿਊਸ਼ਨਸ ਐਕਟ 2008। 13 ਸਾਲ ਹੋ ਗਏ ਨੇ ਐਕਟ ਬਣਿਆ ਨੂੰ, ਹੱਲੇ ਤੱਕ ਲਾਗੂ ਨਹੀਂ ਹੋਇਆ, ਕਾਗਜ਼ਾਂ 'ਚ ਬਣਿਆ ਦਾ। ਸੈਕੰਡਲੀ 3 ਦਿਨ ਪਹਿਲਾਂ ਸਾਡੇ ਪ੍ਰੈਜ਼ੀਡੈਂਟ ਡਾਕਟਰ ਅਰੋੜਾ ਜਿਹੜੇ ਆਈਐਮਏ ਪ੍ਰੈਜ਼ੀਡੈਂਟ ਨੇ ਪੰਜਾਬ ਦੇ, ਉਹ ਸੁਖਜਿੰਦਰ ਸਿੰਘ ਰੰਧਾਵਾ ਜੀ ਨੂੰ ਹੁਸ਼ਿਆਰਪੁਰ ਮਿਲੇ ਸੀਗੇ। ਇਸੇ ਚੱਕਰ ਵਿੱਚ ਵੀ ਇਹ ਇੰਪਲੀਮੈਂਟ ਕਿਉਂ ਨਹੀਂ ਹੋ ਰਿਹਾ, ਕਾਗਜ਼ਾਂ ਵਿੱਚ ਰਹਿ ਰਿਹਾ ਕਾਨੂੰਨ। ਉਹਦੇ 'ਚ ਐਕਟ ਹੈਗਾ, ਜਿਸ ਤਰ੍ਹਾਂ ਡਾਕਟਰ ਕੋਹਲੀ ਦਾ ਹੋਇਆ, ਜੋ ਪ੍ਰੋਟੈਕਸ਼ਨ ਜੇ ਕੋਈ ਕਿਸੇ ਦਾ ਡੈਮੇਜ ਕਰਦਾ ਹੈ ਉਹਨੂੰ ਡਬਲ ਭਰਨਾ ਪਏਗਾ ਪਲੱਸ 1 ਸਾਲ ਦੀ ਸਜ਼ਾ ਮਿਨੀਮਮ, ਔਰ ਇਟ ਇਜ਼ ਏ ਨਾਨ ਬੇਲੇਬਲ ਵਾਰੰਟ ਉਹਦੇ ਇਸ਼ੂ ਹੋਣਗੇ। ਇਸ ਕਰਕੇ ਕਾਗਜ਼ਾਂ ਵਿੱਚ ਸਭ ਕੁਛ ਹੋ ਗਿਆ ਤਾਂ ਨਥਿੰਗ ਹੈਜ਼ ਬੀਨ ਐਕਚੁਅਲੀ ਕੁਛ ਨਹੀਂ ਹੋਇਆ। ਇਟ ਇਜ਼ ਹੈਪਨਿੰਗ ਆਲ ਓਵਰ ਇੰਡੀਆ, ਇਨ ਪੰਜਾਬ ਆਲਸੋ ਇਟ ਇਜ਼ ਅ ਡੇਲੀ ਇਨਸੀਡੈਂਸਿਸ। ਵੀ ਕਾਂਟ ਵਰਕ ਅੰਡਰ these ਥ੍ਰੈਟਸ ਐਂਡ ਜਿਹੜਾ ਬੰਦਾ ਦੁਨੀਆ 'ਤੇ ਆਇਆ ਉਹਨੂੰ ਜਾਣਾ ਹੀ ਜਾਣਾ ਹੈ। ਹਰ ਹਸਪਤਾਲ ਨੇ, ਹਰ ਬੰਦੇ ਨੇ ਹਸਪਤਾਲ ਸੀਰੀਅਸ ਹੋ ਕੇ ਆਉਣਾ ਹੈ। ਉਹ ਬੰਦੇ ਨੇ ਜੇ ਮਰਨਾ ਉਹਨੂੰ ਮਰ ਜਾਣਾ। 90% ਬਚ ਜਾਂਦੇ ਨੇ, ਜਿਹੜੇ 10% ਨਹੀਂ ਬਚਦੇ ਉਹ ਡਾਕਟਰ ਦਾ ਨਾਂ ਲੱਗ ਜਾਂਦਾ, ਇਹ ਡਾਕਟਰ ਨੈਗਲੀਜੈਂਟ ਹੈ, ਇਹ ਡਾਕਟਰ ਨੇ ਪ੍ਰੋਪਰ ਰੈਫਰ ਨਹੀਂ ਕੀਤਾ, ਇਹ ਡਾਕਟਰ ਨੇ ਟ੍ਰੀਟਮੈਂਟ ਠੀਕ ਕੀਤਾ, ਇਹਨੇ ਪੈਸੇ ਲੈ ਲਏ ਨੇ, ਧਰਨੇ ਲੱਗ ਜਾਂਦੇ ਨੇ, ਡੈੱਡ ਬਾਡੀ ਨੂੰ ਚੌਕਾਂ 'ਚ ਖੜੇ ਕਰਕੇ ਉੱਥੇ ਮੁਜ਼ਾਹਰੇ ਲੱਗਦੇ ਨੇ। ਆਈ ਮੀਨ ਵੀ ਕਾਂਟ ਜਸਟ ਵਰਕ ਲਾਈਕ ਦਿਸ। ਇਹ ਸਾਡਾ ਸੈਸ਼ਨ ਹੈ, ਸਾਰੀ ਐਡਮਿਨਿਸਟ੍ਰੇਸ਼ਨ ਨੂੰ ਸਾਨੂੰ ਬਚਾਓ। ਦੈਟ ਇਜ਼ ਥੈਂਕ ਯੂ ਵੈਰੀ ਮਚ।